काजिया हर अमृत बाणी राम सुन वाद काजिया सुन वाद काजिया हर अमृत बाणी राम सुन वाद काजिया सुन वाद काजिया। इंद्रासन अपचरा राग रागनी मंगल गाया भया आनंद जगत विच कल तारन गुरु नानक आया। ਇਹ ਕਥਨ ਭਾਈ ਗੁਰਦਾਸ ਜੀ ਦਾ ਹੈ ਜੋ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਦੁਨੀਆ 'ਚ ਆਗਮਨ ਬਾਬਤ ਹੈ। ਈਸਵੀ ਸਨ 1469 ਵਿੱਚ ਰਾਏ ਭੋਇੰ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿਖੇ, ਜਿਸ ਨੂੰ ਵਰਤਮਾਨ ਸਮੇਂ ਸਤਿਕਾਰ ਨਾਲ ਸ਼੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਇਸ ਅਸਥਾਨ ਤੇ ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਅਵਤਾਰ ਧਾਰਨ ਵਾਲੇ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਗੱਦੀ ਕਾਲ ਤੇ ਕਾਰਜ ਜਨਮ ਤੋਂ ਹੀ ਆਰੰਭ ਹੋ ਗਿਆ ਸੀ। ਆਪ ਜੀ ਨੇ ਕੁੱਲ ਖਲਕਤ ਨੂੰ ਇੱਕ ਅਕਾਲ ਪੁਰਖ ਦੀ ਆਰਾਧਨਾ ਦਾ ਸੱਚਾ ਉਪਦੇਸ਼ ਦਿੱਤਾ। ਕੁਰਾਹੇ ਪਈ ਹੋਈ ਲੁਕਾਈ ਨੂੰ ਸੱਚਾ ਮਾਰਗ ਦਿਖਾਉਣ ਵਾਸਤੇ 4 ਉਦਾਸੀਆਂ ਧਾਰਨ ਕੀਤੀਆਂ। ਬਾਬੇ ਭੇਖ ਬਣਾਇਆ उदासी की रीत चलाई चढ़िया सोदन तरत लुकाई। आप जी ने 4 उदासियां दौरान समदृष्टि नाल सर्ब सांझे धार्मिक अस्थानां दा रटन कीता ते सर्ब सांझीवालता दा पैगाम दिता। आप जी ने 19 रागां विच बाणी उचारी जो कल्याणकारी है। आप जी सिख धर्म दे पहले कीर्तनीय होए। आप जी दे साथी ਭਾਈ ਮਰਦਾਨਾ ਜੀ ਸਨ। ਆਪ ਜੀ ਵਜਦ ਵਿੱਚ ਆ ਕੇ ਭਾਈ ਮਰਦਾਨਾ ਜੀ ਨੂੰ ਰਬਾਬ ਛੇੜਨ ਵਾਸਤੇ ਕਹਿੰਦੇ ਤੇ ਇੰਜ ਇਲਾਹੀ ਬਾਣੀ ਦਾ ਪ੍ਰਵਾਹ ਵਹਿ ਤੁਰਦਾ। ਆਪ ਜੀ ਦੀ ਬਾਣੀ ਸਰਵਣ ਕਰਕੇ ਪੱਥਰ ਹਿਰਦੇ ਮੋਮ ਹੋ ਜਾਂਦੇ, ਦਾਨਵ ਬਿਰਤੀ ਵਾਲੇ ਲੋਕ ਦੇਵ ਬਣ ਜਾਂਦੇ ਤੇ ਠੱਗ ਬਿਰਤੀ ਵਾਲੇ ਲੋਕ ਸੱਜਣ ਪੁਰਸ਼ ਬਣ ਜਾਂਦੇ। ਆਪ ਜੀ ਇਸ ਲੋਕ ਵਿੱਚ ਇੱਕ ਮਹਾਨ ਸੂਰਜ ਦੀ ਨਿਆਈ ਪ੍ਰਗਟ ਹੋਏ। ਆਪ ਜੀ ਦੇ ਪ੍ਰਗਟ ਹੋਣ ਦੇ ਨਾਲ ਹੀ ਸ੍ਰਿਸ਼ਟੀ ਵਿੱਚੋਂ ਅਗਿਆਨਤਾ ਦੀ ਧੁੰਦ ਮਿਟ ਗਈ। ਵਿਕਾਰ ਆਦਿ ਸਭ ਖੰਭ ਲਾ ਕੇ ਉੱਡ ਗਏ। ਜਿਵੇਂ ਸੂਰਜ ਦੇ ਉਦੈ ਹੁੰਦਿਆਂ ਹੀ ਸਾਰੀ ਧੁੰਦ ਮਿਟ ਜਾਂਦੀ ਹੈ ਤੇ ਸਿੰਘ ਦੇ ਗੱਜਿਆਂ ਜੰਗਲ ਵਿੱਚ ਫਿਰ ਰਹੀਆਂ ਹਿਰਨਾਂ ਦੀਆਂ ਡਾਰਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ, ਉਸੇ ਤਰ੍ਹਾਂ ਸ੍ਰਿਸ਼ਟੀ ਵਿੱਚੋਂ ਕੂੜ ਖੰਭ ਲਾ ਕੇ ਉੱਡ ਗਿਆ। ਭਾਈ ਗੁਰਦਾਸ ਜੀ ਇਸ ਬਾਤ ਦਾ ਹਵਾਲਾ ਦਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪੁਲੋਆ। ਭਾਈ ਗੁਰਦਾਸ ਜੀ ਦੁਆਰਾ ਉਚਾਰੀ ਗਈ ਇਸ ਵਾਰ ਦੀ ਪੌੜੀ ਦਾ ਗਾਇਨ ਕੀਤਾ ਹੈ ਭਾਈ ਗੁਰਮੀਤ ਸਿੰਘ ਸ਼ਾਂਤ ਤੇ ਉਹਨਾਂ ਦੇ ਰਾਗੀ ਜੱਥੇ ਨੇ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਸਿੰਘ ਬੁਕੇ ਸਿੰਘ ਸਿੰਘ ਬੁਕੇ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰੋਆ, ਪੰਨੀ ਜਾਏ ਨਾ ਤੀਰ ਤਰੋਆ। ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ
ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪ ਸੋਵਾ ਪੂਜਾ ਆਸਣ ਥਾਪਣ ਸੋਆ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਧਰੇ ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਦੇ ਕੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਦੇ ਕੋਵਾ ਹਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਮਸੋਵਾ ਹਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ ਹੋਵੇ ਕੀਰਤਨ ਹੋਵੇ ਕੀਰਤਨ ਹੋਵੇ ਕੀਰਤਨ ਸਦਾ ਵਸੋਵਾ ਜਿੱਥੇ ਬਾਬਾ ਜਿੱਥੇ ਬਾਬਾ ਪੈਰ ਤਰੇ ਬਾਬੇ ਤਾਰੇ ਚਾਰ ਚਾਕ ਨੌਖੰਡ ਪ੍ਰਿਥਵੀ ਸੱਚਾ ਢੋਆ ਬਾਬੇ ਤਾਰੇ ਚਾਰ ਚਾਕ ਨੌਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਗੁਰਮੁਖ ਕਾਲ ਵਿੱਚ ਗੁਰਮੁਖ ਕਾਲ ਵਿੱਚ ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ ਜਿੱਥੇ ਬਾਬਾ ਪੈਰ ਤਰੇ। ਭਾਈ ਗੁਰਦਾਸ ਜੀ ਦੁਆਰਾ ਰਚਿਤ ਇਸ ਵਾਰ ਦੀ ਪੌੜੀ ਦਾ ਗਾਇਨ ਕੀਤਾ ਸੀ ਭਾਈ ਗੁਰਮੀਤ ਸਿੰਘ ਸ਼ਾਂਤ ਤੇ ਉਹਨਾਂ ਦੇ ਰਾਗੀ ਜਥੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਮਨੁੱਖਤਾ ਦੀ ਝੋਲੀ ਪਾਇਆ। ਆਪ ਜੀ ਪ੍ਰਭੂ ਦੇ ਨਾਮ ਦੇ ਵਣਜ ਨੂੰ ਉੱਤਮ ਵਪਾਰ ਮੰਨਦੇ ਨੇ। ਗੌੜੀ ਬੈਰਾਗਣ ਮਹਿਲਾ ਪਹਿਲਾ ਸਿਰਲੇਖ ਅਧੀਨ ਉਚਾਰੇ ਗਏ ਸ਼ਬਦ ਵਿੱਚ ਆਪ ਜੀ ਫਰਮਾਉਂਦੇ ਨੇ, ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵਖਰ ਵਾਪਾਰ ਜੀ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਮੈਂ ਬਨਜਾਰਨ ਰਾਮ ਕੀ, ਮੈਂ ਬਨਜਾਰਨ
राम की मैं बनजारन राम की हरनी होवा बन बसा कंद मूल चुर खाओ गुर प्रसादी मेरा स्वामी वार वार हो जाओ जियो मैं बनजारन राम की मैं बनजारन राम की तेरा नाम वकर वापार जी मैं बनजारन राम की मैं बनजारन राम की कोकल होवा अंबर बसा सहज सबद विचार सहज सुभाए मेरा सोहरे सहज सुभाए मेरा सोहरे दर्शन रूप अपार मैं बनजारन राम की मैं बनजारन राम की तेरा नाम वकर वापार जी मैं बनजारन राम की मैं बनजारन राम की मछली होवा जल बसा मछली होवा जल बसा जी जंत सब उर्वार पार मेरा श्वास
ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵਖਰ ਵਾਪਾਰ ਜੀ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਨੇ। ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਨੇ ਪ੍ਰਿੰਸੀਪਲ ਬਲਦੇਵ ਸਿੰਘ। ਇਹ ਪਾਵਨ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰੀ ਹੋਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 157 ਗੌੜੀ ਬੈਰਾਗਣ ਮਹੱਲਾ ਪਹਿਲਾ ਦੇ ਸਿਰਲੇਖ ਹੇਠ ਅੰਕਿਤ ਹੈ। ਇਸ ਸ਼ਬਦ ਵਿੱਚ ਪ੍ਰਭੂ ਮਿਲਾਪ ਸੰਬੰਧੀ ਜਗਿਆਸੂ ਦੀ ਵੇਦਨਾ ਨੂੰ ਬਿਆਨ ਕੀਤਾ ਗਿਆ ਹੈ। ਹਰਨੀ ਹੋਵਾਂ ਬਨ ਵਸਾਂ, ਕੰਦ ਮੂਲ ਚੁਣ ਖਾਓ, ਗੁਰ ਪ੍ਰਸਾਦੀ ਮੇਰਾ ਸਹੁ ਮਿਲੇ, ਵਾਰ ਵਾਰ ਹੋਂ ਜਾਓ ਜੀਓ। ਹਰਨੀ ਇੱਕ ਮਾਦਾ ਜਾਨਵਰ ਹੈ ਜਿਹੜਾ ਜੰਗਲ ਵਿੱਚ ਰਹਿੰਦਾ ਹੈ, ਜਿਸ ਦੀ ਖੁਰਾਕ ਘਾਹ, ਫੁੱਲ, ਪੱਤੇ ਆਦਿ ਹਨ। ਇਹਨਾਂ ਨੂੰ ਖਾ ਕੇ ਉਹ ਖੁਸ਼ ਰਹਿੰਦਾ ਹੈ। ਜਗਿਆਸੂ ਬੇਨਤੀ ਕਰਦਾ ਹੈ ਕਿ ਹੇ ਮਾਲਕ, ਮੇਰੇ ਤੇ ਵੀ ਕਿਰਪਾ ਕਰ। ਮੈਂ ਵੀ ਇਸ ਸੰਸਾਰ ਰੂਪੀ ਜੰਗਲ ਵਿੱਚ ਰਹਿੰਦਿਆਂ ਤੇਰੇ ਨਾਮ ਰੂਪੀ ਫੁੱਲ, ਫਲ, ਪੱਤਿਆਂ ਦਾ ਨਾਮ ਰਸ ਚੱਖ ਸਕਾਂ। ਮੈਂ ਵੀ ਆਪਣੇ ਮਾਲਕ ਤੋਂ ਬਾਰ-ਬਾਰ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵਖਰ ਵਾਪਾਰ ਜੀ ਰਹਾਓ। ਇਸ ਪੰਕਤੀ ਵਿੱਚ ਸ਼ਬਦ ਦੇ ਕੇਂਦਰੀ ਭਾਵ ਨੂੰ ਪ੍ਰਗਟ ਕੀਤਾ ਹੈ। ਇਸ ਸੰਸਾਰ ਦੇ ਪਰਮਾਤਮਾ ਦਾ ਨਾਮ ਸੌਦਾ ਹੈ ਅਤੇ ਜੀਵ ਸਦਾ ਹੀ ਵਪਾਰੀ ਹੈ। ਜਗਿਆਸੂ ਵੇਦਨਾ ਕਰਦਾ ਹੈ ਕਿ ਪਰਮਾਤਮਾ ਮੇਰੇ ਤੇ ਮਿਹਰ ਕਰ। ਇਸ ਸੰਸਾਰ ਦੇ ਰਹਿੰਦਿਆਂ ਬਾਕੀ ਸੰਸਾਰਕ ਕੰਮਾਂ ਦੇ ਨਾਲ ਨਾਲ ਤੇਰਾ ਨਾਮ ਵੀ ਮੇਰਾ ਸੱਚਾ ਸੌਦਾ ਬਣ ਜਾਵੇ। ਇਸ ਦੇ ਲਾਭ ਲਈ ਦਿਨ ਰਾਤ ਮਿਹਨਤ ਕਰਾਂ। ਬਾਣੀ ਦਾ ਫਰਮਾਨ ਹੈ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਕੋਕਿਲ ਹੋਵਾਂ ਅੰਬ ਬੱਸਾਂ, ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਏ ਮੇਰਾ ਸਹੁ ਮਿਲੇ, ਦਰਸ਼ਨ ਰੂਪ ਅਪਾਰ। ਇਸ ਪੰਕਤੀ ਵਿੱਚ ਗੁਰੂ ਸਾਹਿਬ ਜੀ ਨੇ ਕੋਇਲ ਦੀ ਉਦਾਹਰਨ ਦਿੱਤੀ ਹੈ। ਜਿਵੇਂ ਕੋਇਲ ਅੰਬ ਦੇ ਬੂਟੇ ਤੇ ਬੈਠ ਕੇ ਮਿੱਠੀ ਸੁਰ ਵਿੱਚ ਕੂਕਦੀ ਹੈ ਅਤੇ ਮੰਤਰ ਮੁਗਧ ਹੋ ਜਾਂਦੀ ਹੈ। ਹੇ ਪਰਮਾਤਮਾ, ਮੇਰੇ ਤੇ ਵੀ ਕਿਰਪਾ ਕਰ। ਮੇਰੀ ਵੀ ਪ੍ਰੀਤ ਆਪ ਜੀ ਨਾਲ ਇਸ ਤਰ੍ਹਾਂ ਹੋਵੇ ਜਿਵੇਂ ਕੋਇਲ ਦੀ ਅੰਬ ਨਾਲ ਹੈ। ਮੈਂ ਵੀ ਕੋਇਲ ਬਣ ਕੇ ਅੰਬ ਰੂਪੀ ਪ੍ਰਭੂ ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ। ਮੈਂ ਵੀ ਮਸਤ ਤੇ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੀ ਸਿਫਤ ਸਲਾਹ ਅਤੇ ਸ਼ਬਦ ਦੀ ਵਿਚਾਰ ਕਰਾਂ, ਕਿਉਂਕਿ ਮਸਤ ਅਡੋਲ ਅਵਸਥਾ ਵਿੱਚ ਟਿਕਿਆ ਹੀ ਸੋਹਣੇ ਦਰਸ਼ਨੀ ਪ੍ਰਭੂ ਦਾ ਮਿਲਾਪ ਹੁੰਦਾ ਹੈ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਮਛਲੀ ਹੋਵਾਂ ਜਲ ਬੱਸਾਂ, ਜੀ ਜੰਤ ਸਭ ਸਾਰ, ਉਰਵਾਰ ਪਾਰ ਮੇਰਾ ਸਹੁ ਵਸੈ, ਹੋਂ ਮਿਲੋਗੀ ਬਾਹਾਂ ਪਸਾਰ। ਮੱਛੀ ਪਾਣੀ ਵਿੱਚ ਰਹਿੰਦੀ ਹੈ, ਪਾਣੀ ਹੀ ਉਸ ਦਾ ਜੀਵਨ ਹੈ। ਪਾਣੀ ਤੋਂ ਵਿਸਰ ਕੇ ਉਹ ਮਰ ਜਾਂਦੀ ਹੈ। ਜਗਿਆਸੂ ਵੀ ਇੱਛਾ ਰੱਖਦਾ ਹੈ ਕਿ ਹੇ ਪ੍ਰਭੂ, ਜਿਸ ਤਰ੍ਹਾਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੈ, ਉਸ ਤਰ੍ਹਾਂ ਪਰਮਾਤਮਾ ਦੇ ਜਲ ਰੂਪੀ ਨਾਮ ਨਾਲ ਮੇਰੀ ਵੀ ਪ੍ਰੀਤ ਬਣ ਜਾਵੇ। ਪਰਮਾਤਮਾ ਹੀ ਹੈ ਜੋ ਸਮੁੰਦਰ ਦੇ ਉਰਲੇ ਅਤੇ ਪਰਲੇ ਪਾਸੇ ਦੇ ਜੀਵਾਂ ਦੀ ਰੱਖਿਆ ਕਰਦਾ ਹੈ। ਜਿਵੇਂ ਮੱਛਲੀ ਸਮੁੰਦਰ ਵਿੱਚ ਪੰਖ ਫੈਲਾ ਕੇ ਚੱਲਦੀ ਹੈ, ਜੇਕਰ ਪਰਮਾਤਮਾ ਮੇਰੇ ਤੇ ਵੀ ਕਿਰਪਾ ਕਰੇ, ਮੈਨੂੰ ਜੀਵਨ ਜਾਚ ਦੇ ਦੇਵੇ, ਮੈਨੂੰ ਵੀ ਆਪਣੇ ਦਰਸ਼ਨਾਂ ਦੀ ਝਲਕ ਦਿਖਾਵੇ, ਮੈਂ ਵੀ ਨਿਸੰਗ ਹੋ ਕੇ ਬਾਹਾਂ ਫੈਲਾ ਕੇ ਉਸ ਨੂੰ ਮਿਲਾਂ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਨਾਗਨ ਹੋਵਾਂ ਧਰ ਵਸਾਂ, ਸ਼ਬਦ ਵਸੇ ਭਉ ਜਾਏ, ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ। ਨਾਗਨ ਹਮੇਸ਼ਾ ਧਰਤੀ ਹੇਠਾਂ ਖੁੱਡ ਵਿੱਚ ਰਹਿੰਦੀ ਹੈ। ਉਸ ਨੂੰ ਡਰ ਹੁੰਦਾ ਹੈ ਕਿ ਬਾਹਰ ਉਸ ਨੂੰ ਕੋਈ ਮਾਰ ਦੇਵੇਗਾ, ਪਰ ਜਦੋਂ ਬੀਨ ਤੇ ਸ਼ਬਦ ਦੀ ਧੁਨ ਸੁਣਦੀ ਹੈ ਤਾਂ ਉਹ ਮਸਤ ਹੋ ਜਾਂਦੀ ਹੈ, ਤਾਂ ਉਸ ਦਾ ਸਾਰਾ ਡਰ ਖਤਮ ਹੋ ਜਾਂਦਾ ਹੈ। ਹੇ ਪ੍ਰਭੂ, ਮੇਰੇ ਤੇ ਵੀ ਕਿਰਪਾ ਕਰ। ਮੈਂ ਨਾਗਨ ਵਾਂਗ ਧਰਤੀ ਤੇ ਰਹਾਂ, ਭਾਵ ਸੰਗਤਾਂ ਦੀ ਚਰਨ ਧੂੜ ਬਣਾ। ਮੇਰੇ ਹਿਰਦੇ ਵਿੱਚ ਵੀ ਪ੍ਰਭੂ ਦੀ ਸਿਫਤ ਸਲਾਹ ਵਾਲਾ ਸ਼ਬਦ ਵਸੇ। ਜਿਵੇਂ ਨਾਗਨ ਬੀਨ ਦੀ ਧੁਨ ਵਿੱਚ ਮਸਤ ਹੋ ਕੇ ਸਾਰਾ ਡਰ ਭੁਲਾ ਲੈਂਦੀ ਹੈ, ਉਸ ਤਰ੍ਹਾਂ ਮੇਰਾ ਵੀ ਸ਼ਬਦ ਰੂਪੀ ਨਾਮ ਦੀ ਧੁਨ ਸੁਣ ਕੇ ਇਸ ਸੰਸਾਰ ਤੇ ਜੰਮਣ ਮਰਨ ਦਾ ਡਰ ਖਤਮ ਹੋ ਜਾਵੇ। ਜਿਨ੍ਹਾਂ ਸੁਹਾਗਣਾਂ ਦੀ ਸੁਰਤ ਪ੍ਰਭੂ ਵਿੱਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ। ਸੋ ਇਹ ਉਸ ਗੁਰੂ ਸਾਹਿਬ ਦੀ ਬਾਣੀ ਹੈ ਜਿਸ ਨੇ ਤਪਦੇ ਹਿਰਦਿਆਂ ਨੂੰ ਠਾਰਨ, ਜ਼ੁਲਮ ਅਤੇ ਅਨਿਆਂ ਵਿਰੁੱਧ ਆਵਾਜ਼ ਉਠਾਉਣ ਲਈ ਇੱਕ ਵੱਖਰੇ ਪੰਥ ਦੀ ਨੀਂਹ ਰੱਖੀ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਕਹਿੰਦੇ ਹਨ, ਸੁਣੀ ਪੁਕਾਰ ਦਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਆਪ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਏ ਪੋਏ ਦੀ ਤਲਵੰਡੀ, ਜੋ ਨਨਕਿਆਣਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ, ਦੇ ਵਿੱਚ ਹੋਇਆ।
ਇੱਥੇ ਹੀ ਆਪ ਜੀ ਦਾ ਬਚਪਨ ਗੁਜ਼ਰਿਆ। ਇੱਥੇ ਹੀ ਆਪ ਜੀ ਨੂੰ ਗੋਪਾਲ ਪਾਂਧੇ ਕੋਲ ਹਿੰਦੀ, ਪੰਡਿਤ ਬ੍ਰਿਜ ਲਾਲ ਪਾਸੋਂ ਸੰਸਕ੍ਰਿਤ ਅਤੇ ਮੌਲਵੀ ਕੁਤਬਦੀਨ ਪਾਸੋਂ ਫਾਰਸੀ ਪੜ੍ਹਨ ਲਈ ਭੇਜਿਆ ਗਿਆ। ਗੁਰੂ ਸਾਹਿਬ ਜੀ ਨੇ ਆਪਣੇ ਤਿੰਨਾਂ ਉਸਤਾਦਾਂ ਨੂੰ ਬੜੇ ਸਤਿਕਾਰ ਅਤੇ ਆਦਰ ਨਾਲ ਆਪਣੇ ਵਿਚਾਰ ਦੱਸੇ ਕਿ ਅਧਿਆਤਮਕ ਵਿਦਿਆ ਦੇ ਤੱਤ ਜਾਣੇ ਬਿਨਾਂ ਪੜ੍ਹਿਆ ਹੋਇਆ ਜਾਹਲ ਹੈ, ਮੂਰਖ ਹੈ। 15 ਸਾਲ ਦੀ ਉਮਰ ਵਿੱਚ ਆਪ ਜੀ ਦੇ ਜੀਜਾ ਭਾਈ ਜੈ ਰਾਮ ਜੀ ਅਤੇ ਭੈਣ ਬੇਬੇ ਨਾਨਕੀ ਜੀ ਆਪ ਜੀ ਨੂੰ ਸੁਲਤਾਨਪੁਰ ਲੋਧੀ ਲੈ ਆਏ। ਇੱਥੇ ਹੀ ਆਪ ਜੀ ਨੇ ਚੌਧਰੀ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਅਤੇ 13 ਤੋਲਿਆ। ਆਪ ਜੀ ਦਾ ਵਿਆਹ ਵੀ ਇਸੇ ਜਗ੍ਹਾ ਤੇ ਹੋਇਆ ਅਤੇ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲక్ష్ਮੀ ਚੰਦ ਜੀ ਪੁੱਤਰਾਂ ਨੇ ਜਨਮ ਲਿਆ। ਵੇਈ ਪ੍ਰਵੇਸ਼ ਤੋਂ ਬਾਅਦ ਆਪ ਜੀ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਨਾਅਰਾ ਲਗਾਇਆ। ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਅਤੇ ਸਾਰੇ ਉਸਦੇ ਬਣਾਏ ਹੋਏ ਜੀਵ ਹਨ ਦਾ ਗਿਆਨ ਵੀ ਲੁਕਾਈ ਨੂੰ ਇੱਥੇ ਹੀ ਸਮਝਾਇਆ। ਆਪ ਜੀ ਦੀਆਂ 4 ਉਦਾਸੀਆਂ ਸੰਸਾਰ ਪ੍ਰਸਿੱਧ ਹਨ। ਇਹਨਾਂ ਉਦਾਸੀਆਂ ਵਿੱਚ ਰਾਜਿਆਂ, ਰੰਕਾਂ, ਨਾਥਾਂ, ਪੰਡਤਾਂ, ਮੁਸਲਮਾਨਾਂ, ਕਾਜ਼ੀਆਂ, ਬ੍ਰਾਹਮਣਾਂ, ਸਿੱਧਾਂ, ਜੋਗੀਆਂ ਨਾਲ ਚਰਚਾ ਕੀਤੀ ਗਈ। ਇਹਨਾਂ ਸਾਰਿਆਂ ਗੁਰੂ ਸਾਹਿਬ ਜੀ ਦੇ ਵਿਚਾਰ ਸੁਣ ਕੇ ਉਹਨਾਂ ਨੂੰ ਨਮਸਕਾਰ ਕੀਤੀ। ਭਾਈ ਗੁਰਦਾਸ ਜੀ ਲਿਖਦੇ ਹਨ, ਗੜ ਬਗਦਾਦ ਨਵਾਏ ਕੈ, ਮੱਕਾ ਮਦੀਨਾ ਸਭੇ ਨਵਾਇਆ, ਸਿੱਧ 84 ਮੰਡਲੀ, ਖੱਟ ਦਰਸ਼ਨ ਪਾਖੰਡ ਜਣਾਇਆ, ਪਾਤਾਲਾਂ ਆਕਾਸ ਲਖ, ਜੀਤੀ ਧਰਤੀ ਜਗਤ ਸੁਭਾਇਆ, ਜੀਤੀ ਨੌਖੰਡ ਮੇਦਨੀ, ਸਤਨਾਮ ਦਾ ਚੱਕਰ ਫੁਰਾਇਆ, ਦੇਵ ਦਾਨੋ ਰਾਖਸ਼ ਦੈਂਤ ਸਭ, ਚਿੱਤ ਗੁਪਤ ਸਭ ਚਰਨੀ ਲਾਇਆ। ਉਦਾਸੀਆਂ ਤੋਂ ਬਾਅਦ ਆਪ ਜੀ ਨੇ ਸਾਰਾ ਜੀਵਨ ਕਰਤਾਰਪੁਰ ਵਿਖੇ ਗੁਜ਼ਾਰਿਆ। ਗੁਰਬਾਣੀ ਦਾ ਆਪ ਬਹੁਤ ਸਤਿਕਾਰ ਕਰਦੇ ਸਨ। ਜਿੰਨੀ ਬਾਣੀ ਉਚਾਰੀ ਜਾਂਦੀ ਸੀ ਇਹ ਉਸ ਨੂੰ ਲਿਖਤੀ ਰੂਪ ਦੇ ਕੇ ਨਾਲੋਂ ਨਾਲ ਰੱਖਦੇ ਸਨ। ਭਾਈ ਗੁਰਦਾਸ ਜੀ ਕਹਿੰਦੇ ਹਨ, ਆਸਾ ਹੱਥ ਕਿਤਾਬ ਕਸ਼, ਕੂਜਾ ਬਾਗ ਮੁਸੱਲਾ ਧਾਰੀ, ਜਪਜੀ ਸਿੱਧ ਗੋਸ਼ਟ, ਦੱਖਣੀ ਓਂਕਾਰ, ਪੱਟੀ, ਆਸਾ ਦੀ ਵਾਰ, ਮਾਝ ਕੀ ਵਾਰ, 12 ਮਾਹ ਤੁਖਾਰੀ ਆਦਿ ਆਪ ਜੀ ਦੀਆਂ ਪ੍ਰਸਿੱਧ ਬਾਣੀਆਂ ਹਨ। ਆਪ ਜੀ ਨੇ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਗੀਤ ਅਤੇ ਰਾਗ ਨੂੰ ਮਾਧਿਅਮ ਬਣਾਇਆ। ਆਪ ਜੀ ਨੇ 19 ਰਾਗਾਂ ਵਿੱਚ ਬਾਣੀ ਉਚਾਰੀ, ਕੀਰਤਨ ਦੀ ਪਰੰਪਰਾ ਚਲਾਈ। ਭਾਈ ਗੁਰਦਾਸ ਜੀ ਲਿਖਦੇ ਹਨ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਆਪ ਜੀ ਦੀ ਗੁਰਬਾਣੀ ਵਿੱਚ ਵਰਤੀ ਗਈ ਭਾਸ਼ਾ ਨੂੰ ਬੜੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਆਪ ਜੀ ਦੀ ਭਾਸ਼ਾ ਸਾਂਝ ਭਿਆਲੀ ਦੀ ਪ੍ਰਤੀਕ ਹੈ। ਗੁਰੂ ਨਾਨਕ ਦੇਵ ਜੀ ਕੇਵਲ ਸਿੱਖ ਧਰਮ ਦੇ ਬਾਨੀ ਹੀ ਨਹੀਂ ਸਨ, ਸਗੋਂ ਦੀਨ ਦੁਨੀਆ ਦੇ ਮਾਲਕ ਸਨ। ਆਪ ਜੀ ਬਹੁਤ ਪ੍ਰਭਾਵਸ਼ਾਲੀ, ਆਮਲ ਤੇ ਕਾਮਲ ਗੁਰੂ ਸਨ। ਆਪ ਜੀ ਨੇ ਸਮੇਂ ਦੀ ਨਬਜ਼ ਪਛਾਣੀ ਅਤੇ ਜਨਤਾ ਦੇ ਮਾਨਸਿਕ ਅਤੇ ਆਤਮਿਕ ਰੋਗਾਂ ਨੂੰ ਦੂਰ ਕਰਨ ਲਈ ਭਗਤੀ ਮਾਰਗ ਤੇ ਕੁਝ ਖਾਸ ਸਿਧਾਂਤ ਸਮਝਾਏ, ਜਿਵੇਂ ਪਰਮਾਤਮਾ ਇੱਕ ਹੈ, ਉਹ ਸਦਾ ਹੈ ਅਤੇ ਸਦਾ ਹੀ ਰਹੇਗਾ। ਪਰਮਾਤਮਾ ਅਜੋਨੀ ਹੈ, ਉਹ ਮਾਤਾ ਦੇ ਗਰਭ ਵਿੱਚੋਂ ਪੈਦਾ ਨਹੀਂ ਹੁੰਦਾ। ਤਿਆਗ ਮਨੁੱਖ ਦਾ ਧਰਮ ਨਹੀਂ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਉਸ ਦਾ ਪਰਮ ਧਰਮ ਹੈ। ਜਾਤ ਪਾਤ ਛੂਤ ਛਾਤ ਮਨੁੱਖ ਦੀ ਆਪਣੀ ਪੈਦਾਵਾਰ ਹੈ, ਦਰਗਾਹ ਵਿੱਚ ਕੇਵਲ ਅੰਬਲਾਂ ਤੇ ਨਿਬੇੜਾ ਹੈ। ਸੋ ਸਤਿਗੁਰ ਜੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਉਹਨਾਂ ਸਮੁੱਚੀ ਲੁਕਾਈ ਤਾਰਨ ਲਈ ਗੁਰਬਾਣੀ ਉਚਾਰਨ ਕੀਤੀ, ਵੱਖ-ਵੱਖ ਸਿਧਾਂਤ ਸਥਾਪਿਤ ਕੀਤੇ, ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਰੱਬੀ ਗਿਆਨ ਪਾ ਸਕਦਾ ਹੈ ਅਤੇ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ। ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵਖਰ ਵਾਪਾਰ ਜੀ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਪ੍ਰਿੰਸੀਪਲ ਬਲਦੇਵ ਸਿੰਘ ਹੋਰਾਂ। ਭਾਈ ਗੁਰਦਾਸ ਜੀ ਬਾਬਾ ਨਾਨਕ ਜੀ ਦੀ ਉਸਤਤ ਕਰਦੇ ਹੋਏ ਫਰਮਾਉਂਦੇ ਨੇ ਕਿ ਅਕਾਲ ਪੁਰਖ ਨੇ ਧਰਤ ਲੁਕਾਈ ਦੀ ਪੁਕਾਰ ਸੁਣ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਲੋਕ ਵਿੱਚ ਘੱਲਿਆ। ਆਪ ਜੀ ਅਨੁਸਾਰ ਕਲਯੁਗੀ ਜੀਵਾਂ ਦਾ ਉਧਾਰ ਕਰਨ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਤੇ ਫਿਰ ਆਪ ਜੀ ਨਿਰਣਾ ਦਿੰਦੇ ਹੋਏ ਫਰਮਾਉਂਦੇ ਨੇ, ਕਲ ਤਾਰਨ ਗੁਰ ਨਾਨਕ ਆਇਆ। ਭਾਈ ਗੁਰਦਾਸ ਜੀ ਦੀ ਇਸ ਰਚਨਾ ਦਾ ਗਾਇਨ ਕੀਤਾ ਹੈ ਭਾਈ ਸਮੁੰਦ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਸੁਣੀ ਪੁਕਾਰ ਦਾਤਾਰ ਪ੍ਰਭ,
जग माहे पठाया, गुरु नानक जग माहे पठाया। चरण धोए रास कार, चरण धोए रास कार, चरनामृत सिखा पिलाया, पार ब्रह्म पूर्ण ब्रह्म, कल युग अंदर एक दिखाया, कल तारन गुरु नानक आया, कल तारन गुरु नानक आया। चारे पैर धर्म दे, चारे पैर धर्म दे, चार वरन एक वरन कराया, चार वरन एक वरन कराया। राणा राग बराबरी, राणा राग बराबरी, पैरी पवना जग वरताया, कल तारन गुरु नानक आया। उल्टा खेल पिरौदा, उल्टा खेल पिरौदा, पैरां ऊपर शीश निवाया, पैरां ऊपर शीश निवाया, कल युग बाबेदारिया, कल युग बाबेदारिया। सतनाम पढ़ मंत्र सुनाया, कल तारन गुरु नानक आया, कल तारन गुरु नानक आया, कल तारन गुरु नानक आया। कल तारण गुर नानक आया। ਭਾਈ ਗੁਰਦਾਸ ਜੀ ਰਚਿਤ ਪਹਿਲੀ ਵਾਰ ਦੀ ਇਸ ਪੌੜੀ ਦਾ ਗਾਇਨ ਕੀਤਾ ਸੀ ਭਾਈ ਸਮੁੰਦ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ। सुन